ਓਮ ਸ਼ਾਂਤੀ। ਅੱਜ ਸੁਣਦੇ ਹਾਂ 20 ਨਵੰਬਰ ਦੇ ਬਾਬਾ ਦੇ ਸਾਕਾਰ ਮਹਾਂਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਤੁਸੀਂ ਹੁਣ ਬਿਲਕੁਲ ਛੜ ਪੰਥ ਤੇ ਖੜੇ ਹੋ, ਕਿਨਾਰੇ ਤੇ ਖੜੇ ਹੋ। ਤੁਹਾਨੂੰ ਹੁਣ ਇਸ ਪਾਰ ਤੋਂ ਉਸ ਪਾਰ ਜਾਣਾ ਹੈ, ਘਰ ਜਾਣ ਦੀ ਤਿਆਰੀ ਕਰਨੀ ਹੈ। ਪ੍ਰਸ਼ਨ ਹੈ, ਕਿਹੜੀ ਇੱਕ ਗੱਲ ਯਾਦ ਰੱਖੋ ਤਾਂ ਅਵਸਥਾ ਅਚਲ ਅਡੋਲ ਬਣ ਜਾਵੇਗੀ। ਉੱਤਰ, ਪਾਸਟ ਇਜ਼ ਪਾਸਟ। ਬੀਤੀ ਦਾ ਚਿੰਤਨ ਨਹੀਂ ਕਰਨਾ, ਅੱਗੇ ਵਧਣਾ ਹੈ। ਸਦਾ ਇੱਕ ਵੱਲ ਵੇਖਦੇ ਰਹੋ, ਅਵਸਥਾ ਅਚਲ ਅਡੋਲ ਹੋ ਜਾਵੇਗੀ। ਤੁਸੀਂ ਹੁਣ ਕਲਯੁਗ ਦੀ ਹੱਦ ਛੱਡ ਦਿੱਤੀ, ਫਿਰ ਪਿੱਛੇ ਵੱਲ ਕਿਉਂ ਵੇਖਦੇ ਹੋ? ਉਸ ਵਿੱਚ ਜ਼ਰਾ ਵੀ ਬੁੱਧੀ ਨਾ ਜਾਵੇ। ਇਹ ਹੈ ਸੂਖਮ ਪੜ੍ਹਾਈ। ਓਮ ਸ਼ਾਂਤੀ। ਦਿਨ ਬਦਲਦੇ ਜਾਂਦੇ ਨੇ, ਟਾਈਮ ਪਾਸ ਹੁੰਦਾ ਜਾਂਦਾ ਹੈ। ਵਿਚਾਰ ਕਰੋ, ਸਤਯੁਗ ਤੋਂ ਲੈ ਕੇ ਟਾਈਮ ਪਾਸ ਹੁੰਦੇ ਹੁੰਦੇ ਹੁਣ ਆ ਕੇ ਕਲਯੁਗ ਦੇ ਕੰਢੇ ਤੇ ਖੜੇ ਹੋ। ਇਹ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਦਾ ਚੱਕਰ ਜਿਵੇਂ ਕਿ ਮਾਡਲ ਹੈ। ਸ੍ਰਿਸ਼ਟੀ ਤਾਂ ਬਹੁਤ ਲੰਬੀ ਚੌੜੀ ਹੈ। ਉਸ ਦੇ ਮਾਡਲ ਰੂਪ ਨੂੰ ਬੱਚਿਆਂ ਨੇ ਜਾਣ ਲਿਆ ਹੈ। ਪਹਿਲੇ ਇਹ ਪਤਾ ਨਹੀਂ ਸੀ, ਹੁਣ ਕਲਯੁਗ ਪੂਰਾ ਹੁੰਦਾ ਹੈ। ਹੁਣ ਪਤਾ ਪਿਆ ਹੈ ਤਾਂ ਬੱਚਿਆਂ ਦੀ ਬੁੱਧੀ ਵਿੱਚ ਸਤਯੁਗ ਤੋਂ ਲੈ ਕੇ ਚੱਕਰ ਲਗਾਏ ਕਲਯੁਗ ਦੇ ਅੰਤ ਵਿੱਚ ਕਿਨਾਰੇ ਤੇ ਆ ਕੇ ਠਹਿਰਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ। ਟਿਕ ਟਿਕ ਹੁੰਦੀ ਰਹਿੰਦੀ ਹੈ, ਡਰਾਮਾ ਫਿਰਦਾ ਰਹਿੰਦਾ ਹੈ। ਬਾਕੀ ਕੀ ਹਿਸਾਬ ਰਿਹਾ ਹੋਵੇਗਾ? ਜ਼ਰਾ ਜਿਹਾ ਰਿਹਾ ਹੀ ਹੋਵੇਗਾ। ਪਹਿਲੇ ਪਤਾ ਨਹੀਂ ਸੀ, ਹੁਣ ਬਾਪ ਨੇ ਸਮਝਾਇਆ ਹੈ। ਬਾਕੀ ਕੋਨਾ ਆ ਕੇ ਰਿਹਾ ਹੈ ਇਸ ਦੁਨੀਆ ਤੋਂ ਉਸ ਦੁਨੀਆ ਵਿੱਚ ਜਾਣ ਦਾ। ਹੁਣ ਬਾਕੀ ਥੋੜਾ ਸਮਾਂ ਹੈ। ਇਹ ਗਿਆਨ ਵੀ ਹੁਣ ਮਿਲਿਆ ਹੈ। ਅਸੀਂ ਸਤਯੁਗ ਤੋਂ ਲੈ ਕੇ ਚੱਕਰ ਲਗਾਉਂਦੇ ਲਗਾਉਂਦੇ ਹੁਣ ਕਲਯੁਗ ਅੰਤ ਵਿੱਚ ਆ ਕੇ ਪਹੁੰਚੇ ਹਾਂ। ਹੁਣ ਫਿਰ ਵਾਪਿਸ ਜਾਣਾ ਹੈ। ਆਉਣ ਦਾ ਤੇ ਨਿਕਲਣ ਦਾ ਗੇਟ ਹੁੰਦਾ ਹੈ ਨਾ, ਇਹ ਵੀ ਐਵੇਂ ਹੈ। ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਬਾਕੀ ਥੋੜਾ ਕਿਨਾਰਾ ਹੈ। ਇਹ ਪੁਰਸ਼ੋਤਮ ਸੰਗਮ ਯੁੱਗ ਹੈ ਨਾ। ਹੁਣ ਅਸੀਂ ਕਿਨਾਰੇ ਤੇ ਹਾਂ। ਬਹੁਤ ਘੱਟ ਸਮਾਂ ਹੈ। ਹੁਣ ਇਸ ਪੁਰਾਣੀ ਦੁਨੀਆ ਤੋਂ ਮਮਤਵ ਕੱਢਣਾ ਹੈ। ਹੁਣ ਤਾਂ ਨਵੀਂ ਦੁਨੀਆ ਵਿੱਚ ਜਾਣਾ ਹੈ। ਨਹੀਂ ਤਾਂ ਬੜੀ ਸਹਿਜ ਮਿਲਦੀ ਹੈ। ਇਹ ਬੁੱਧੀ ਵਿੱਚ ਰੱਖਣਾ ਚਾਹੀਦਾ ਹੈ। ਹੁਣ ਤੁਸੀਂ ਕਲਯੁਗ ਵਿੱਚ ਨਹੀਂ ਹੋ। ਤੁਸੀਂ ਇਸ ਹੱਦ ਨੂੰ ਛੱਡ ਦਿੱਤਾ ਹੈ। ਫਿਰ ਉਸ ਤਰਫ ਵਾਲਿਆਂ ਨੂੰ ਯਾਦ ਕਿਉਂ ਕਰਨਾ ਚਾਹੀਦਾ ਹੈ, ਜਦ ਕਿ ਛੱਡ ਹੀ ਦਿੱਤਾ ਪੁਰਾਣੀ ਦੁਨੀਆ ਨੂੰ। ਅਸੀਂ ਪੁਰਸ਼ੋਤਮ ਸੰਗਮ ਯੁੱਗ ਤੇ ਹਾਂ। ਫਿਰ ਪਿਛਾੜੀ ਵੇਖੀਏ ਹੀ ਕਿਉਂ? ਬੁੱਧੀ ਯੋਗ ਵਿਕਾਰੀ ਦੁਨੀਆ ਨਾਲ ਕਿਉਂ ਲਗਾਈਏ? ਇਹ ਬੜੀਆਂ ਸੂਖਮ ਗੱਲਾਂ ਨੇ, ਬਾਬਾ ਜਾਣਦੇ ਨੇ। ਕੋਈ ਤਾਂ ਰੁਪਇਓ ਵਿੱਚ ਇੱਕ ਆਨਾ ਹੀ ਸਮਝਦੇ ਨੇ, ਸੁਣਿਆ ਤੇ ਭੁੱਲ ਜਾਂਦੇ ਨੇ। ਤੁਹਾਨੂੰ ਪਿਛਾੜੀ ਵੱਲ ਨਹੀਂ ਵੇਖਣਾ ਹੈ, ਬੁੱਧੀ ਤੋਂ ਕੰਮ ਲੈਣਾ ਹੈ ਨਾ। ਅਸੀਂ ਪਾਰ ਨਿਕਲ ਗਏ, ਫਿਰ ਪਿੱਛੇ ਵੱਲ ਵੇਖੀਏ ਹੀ ਕਿਉਂ? ਪਾਸਟ ਇਜ਼ ਪਾਸਟ। ਬਾਪ ਕਹਿੰਦੇ ਨੇ, ਕਿੰਨੀਆਂ ਮਹੀਨ ਗੱਲਾਂ ਸਮਝਾਉਂਦਾ ਹਾਂ, ਫਿਰ ਵੀ ਬੱਚਿਆਂ ਦਾ ਕੰਧਾ ਪਿੱਛੇ ਵੱਲ ਹੀ ਕਿਉਂ ਲਟਕਿਆ ਰਹਿੰਦਾ ਹੈ? ਕਲਯੁਗ ਵੱਲ ਲਟਕਿਆ ਹੋਇਆ ਹੈ। ਬਾਪ ਕਹਿੰਦੇ ਨੇ, ਕੰਧਾ ਇਸ ਪਾਸੇ ਕਰ ਲਓ। ਉਹ ਪੁਰਾਣੀ ਦੁਨੀਆ ਤੁਹਾਡੇ ਕੰਮ ਦੀ ਚੀਜ਼ ਨਹੀਂ ਹੈ। ਬਾਬਾ ਪੁਰਾਣੀ ਦੁਨੀਆ ਤੋਂ ਵੈਰਾਗ ਦਿਲਾਉਂਦੇ ਨੇ। ਨਵੀਂ ਦੁਨੀਆ ਸਾਹਮਣੇ ਖੜੀ ਹੈ। ਪੁਰਾਣੀ ਦੁਨੀਆ ਤੋਂ ਵੈਰਾਗ। ਵਿਚਾਰ ਕਰੋ, ਅਜਿਹੀ ਸਾਡੀ ਅਵਸਥਾ ਹੈ। ਬਾਪ ਕਹਿੰਦੇ ਨੇ, ਪਾਸਟ ਇਜ਼ ਪਾਸਟ। ਬੀਤੀ ਗੱਲ ਨੂੰ ਚਿਤੋ ਨਹੀਂ। ਪੁਰਾਣੀ ਦੁਨੀਆ ਵਿੱਚ ਕੋਈ ਆਸ ਨਾ ਰੱਖੋ। ਹੁਣ ਤਾਂ ਇੱਕ ਹੀ ਉੱਚ ਆਸ ਰੱਖਣੀ ਹੈ, ਅਸੀਂ ਚੱਲੀਏ ਸੁਖਧਾਮ। ਬੁੱਧੀ ਵਿੱਚ ਸੁਖਧਾਮ ਹੀ ਯਾਦ ਰਹਿਣਾ ਚਾਹੀਦਾ ਹੈ। ਪਿਛਾੜੀ ਵਿੱਚ ਕਿਉਂ ਫਿਰਨਾ ਚਾਹੀਦਾ ਹੈ? ਪਰ ਬਹੁਤਿਆਂ ਦੀ ਪਿੱਠ ਮੁੜ ਜਾਂਦੀ ਹੈ। ਤੁਸੀਂ ਹੁਣ ਹੋ ਪੁਰਸ਼ੋਤਮ ਸੰਗਮ ਯੁੱਗ ਤੇ ਪੁਰਾਣੀ ਦੁਨੀਆ ਤੋਂ ਕਿਨਾਰਾ ਕਰ ਲਿਆ ਹੈ। ਬਾਪ ਕਹਿੰਦੇ ਨੇ, ਅੱਗੇ ਵਧਦੇ ਜਾਓ, ਪਿੱਛੇ ਨੂੰ ਨਾ ਵੇਖੋ। ਇੱਕ ਪਾਸੇ ਹੀ ਵੇਖਦੇ ਰਹੋਗੇ ਤਾਂ ਅਚਲ ਸਥਿਰ ਅਡੋਲ ਅਵਸਥਾ ਕਿਵੇਂ ਰਹਿ ਸਕਦੀ ਹੈ? ਇੱਕ ਪਾਸੇ ਵੇਖਦੇ ਰਹੋਗੇ ਤਾਂ ਹੀ ਅਚਲ ਅਡੋਲ ਸਥਿਰ ਅਵਸਥਾ ਰਹਿ ਸਕਦੀ ਹੈ। ਉਸ ਪਾਸੇ ਵੇਖਦੇ ਰਹੋਗੇ ਤਾਂ ਪੁਰਾਣੀ ਦੁਨੀਆ ਦੇ ਮਿੱਤਰ ਸੰਬੰਧੀ ਯਾਦ ਪੈਂਦੇ ਰਹਿਣਗੇ। ਨੰਬਰਵਾਰ ਤਾਂ ਹਨ ਨੇ ਨਾ। ਅੱਜ ਵੇਖੋ ਬਹੁਤ ਵਧੀਆ ਚੱਲ ਰਿਹਾ ਹੈ, ਕੱਲ ਡਿੱਗਿਆ ਤਾਂ ਦਿਲ ਇੱਕਦਮ ਹਟ ਜਾਂਦੀ ਹੈ। ਅਜਿਹੀ ਗ੍ਰਹਿਚਾਰੀ ਬੈਠ ਜਾਂਦੀ ਹੈ ਜੋ ਮੁਰਲੀ ਸੁਣਨ ਨੂੰ ਦਿਲ ਨਹੀਂ ਹੁੰਦੀ। ਵਿਚਾਰ ਕਰੋ, ਐਵੇਂ ਹੁੰਦਾ ਹੈ ਨਾ। ਬਾਪ ਕਹਿੰਦੇ ਨੇ, ਤੁਸੀਂ ਸੰਗਮ ਤੇ ਖੜੇ ਹੋ। ਰੁੱਖ ਅੱਗੇ ਰੱਖਣਾ ਚਾਹੀਦਾ ਹੈ,
ਅੱਗੇ ਹੈ ਨਵੀਂ ਦੁਨੀਆ ਤਾਂ ਖੁਸ਼ੀ ਹੋਵੇਗੀ। ਹੁਣ ਬਾਕੀ ਛੜ ਪੰਥ ਮਤਲਬ ਬਿਲਕੁਲ ਸਾਹਮਣੇ ਹੋ। ਤੁਸੀਂ ਯਾਦ ਕਰਦੇ ਹੋ ਦੇਵਤਾ ਆ ਜਾਂਦੇ ਨੇ, ਪਹਿਲੇ ਥੋੜੀ ਨਾ ਆਉਂਦੇ ਸੀ। ਸੁੱਖਮ ਵਤਨ ਵਿੱਚ ਸਸੁਰ ਘਰ ਵਾਲੇ ਆਉਂਦੇ ਥੋੜੀ ਸੀ, ਹੁਣ ਤਾਂ ਪੀਅਰ ਘਰ ਤੇ ਸਸੁਰ ਘਰ ਵਾਲੇ ਜਾ ਕੇ ਮਿਲਦੇ ਨੇ। ਫਿਰ ਬੱਚੇ ਚਲਦੇ ਚਲਦੇ ਭੁੱਲ ਜਾਂਦੇ ਨੇ। ਬੁੱਧੀ ਯੋਗ ਪਿਛਾੜੀ ਵਿੱਚ ਹਟ ਜਾਂਦਾ ਹੈ। ਬਾਪ ਕਹਿੰਦੇ ਨੇ ਤੁਹਾਡਾ ਸਭ ਦਾ ਇਹ ਅੰਤਮ ਜਨਮ ਹੈ, ਤੁਹਾਨੂੰ ਪਿੱਛੇ ਨਹੀਂ ਹਟਣਾ, ਹੁਣ ਪਾਰ ਹੋਣਾ ਹੈ, ਇਸ ਪਾਸਿਓਂ ਉਸ ਪਾਸੇ ਜਾਣਾ ਹੈ। ਮੌਤ ਵੀ ਨੇੜੇ ਹੁੰਦੀ ਜਾਂਦੀ ਹੈ, ਬਾਕੀ ਸਿਰਫ ਕਦਮ ਭਰਨਾ ਹੈ, ਨਾਵ ਕਿਨਾਰੇ ਆਂਦੀ ਹੈ। ਉਸ ਤਰਫ ਕਦਮ ਚੁੱਕਣਾ ਪੈਂਦਾ ਹੈ ਨਾ। ਤੁਸੀਂ ਬੱਚਿਆਂ ਨੂੰ ਖੜੇ ਹੋਣਾ ਹੈ ਕਿਨਾਰੇ ਤੇ। ਤੁਹਾਡੀ ਬੁੱਧੀ ਵਿੱਚ ਹੈ ਆਤਮਾਵਾਂ ਜਾਂਦੀਆਂ ਨੇ ਆਪਣੇ ਸਵੀਟ ਹੋਮ। ਇਹ ਯਾਦ ਰਹਿਣ ਨਾਲ ਵੀ ਖੁਸ਼ੀ ਤੁਹਾਨੂੰ ਅਚਲ ਅਡੋਲ ਬਣਾ ਦੇਵੇਗੀ। ਇਹ ਵਿਚਾਰ ਸਾਗਰ ਮੰਥਨ ਕਰਦੇ ਰਹਿਣਾ ਹੈ। ਇਹ ਹੈ ਬੁੱਧੀ ਦੀ ਗੱਲ। ਅਸੀਂ ਆਤਮਾਵਾਂ ਜਾ ਰਹੀਆਂ ਹਾਂ, ਬਾਕੀ ਨਜ਼ਦੀਕ ਕਿਨਾਰੇ ਤੇ ਹਾਂ, ਬਾਕੀ ਥੋੜਾ ਵਕਤ ਹੈ। ਇਸ ਨੂੰ ਹੀ ਯਾਦ ਦੀ ਯਾਤਰਾ ਕਿਹਾ ਜਾਂਦਾ ਹੈ। ਬੱਚੇ ਇਹ ਵੀ ਘੜੀ ਘੜੀ ਭੁੱਲ ਜਾਂਦੇ ਨੇ, ਚਾਰਟ ਲਿਖਣਾ ਵੀ ਭੁੱਲ ਜਾਂਦੇ ਨੇ। ਆਪਣੇ ਦਿਲ ਤੇ ਹੱਥ ਰੱਖ ਕੇ ਵੇਖੋ। ਬਾਬਾ ਜੋ ਕਹਿੰਦੇ ਨੇ ਆਪਣੇ ਆਪ ਨੂੰ ਅਜਿਹਾ ਸਮਝੋ, ਅਸੀਂ ਨੇੜੇ ਛੜ ਪੰਥ ਤੇ ਖੜੇ ਹਾਂ। ਅਜਿਹੀ ਅਵਸਥਾ ਸਾਡੀ ਹੈ। ਬੁੱਧੀ ਵਿੱਚ ਇੱਕ ਬਾਬਾ ਦੀ ਯਾਦ ਹੋਵੇ। ਬਾਬਾ ਯਾਦ ਦੀ ਯਾਤਰਾ ਵੱਖ-ਵੱਖ ਤਰ੍ਹਾਂ ਨਾਲ ਸਿਖਾਉਂਦੇ ਰਹਿੰਦੇ ਨੇ। ਇਸ ਯਾਦ ਦੀ ਯਾਤਰਾ ਵਿੱਚ ਮਸਤ ਰਹਿਣਾ ਹੈ। ਬਸ ਹੁਣ ਸਾਨੂੰ ਘਰ ਜਾਣਾ ਨੇ। ਇਹ ਨੇ ਸਾਰੇ ਝੂਠੇ ਸਬੰਧ। ਸੱਚਾ ਸਤਜੁਗ ਦਾ ਸਬੰਧ ਹੈ। ਆਪਣੇ ਆਪ ਨੂੰ ਵੇਖੋ, ਅਸੀਂ ਕਿੱਥੇ ਖੜੇ ਹਾਂ। ਸਤਜੁਗ ਤੋਂ ਲੈ ਕੇ ਬੁੱਧੀ ਵਿੱਚ ਇਹ ਚੱਕਰ ਯਾਦ ਰਹੇ। ਤੁਸੀਂ ਸਵਦਰਸ਼ਨ ਚੱਕਰਧਾਰੀ ਹੋਣਾ। ਸਤਜੁਗ ਤੋਂ ਲੈ ਕੇ ਚੱਕਰ ਲਗਾ ਕੇ ਆ ਕੇ ਕਿਨਾਰੇ ਤੇ ਖੜੇ ਹੋ। ਛੜ ਪੰਥ ਹੋਇਆ ਨਾ। ਕੋਈ ਤਾਂ ਆਪਣਾ ਟਾਈਮ ਬਹੁਤ ਵੇਸਟ ਕਰਦੇ ਰਹਿੰਦੇ ਨੇ। 5-10 ਮਿੰਟ ਵੀ ਮੁਸ਼ਕਿਲ ਯਾਦ ਵਿੱਚ ਰਹਿੰਦੇ ਨੇ। ਸਵਦਰਸ਼ਨ ਚੱਕਰਧਾਰੀ ਤਾਂ ਸਾਰਾ ਦਿਨ ਬਣਨਾ ਚਾਹੀਦਾ ਹੈ। ਐਵੇਂ ਤਾਂ ਹੈ ਨਹੀਂ। ਬਾਬਾ ਵੱਖ-ਵੱਖ ਤਰੀਕਿਆਂ ਨਾਲ ਸਮਝਾਉਂਦੇ ਰਹਿੰਦੇ ਨੇ। ਆਤਮਾ ਦੀ ਗੱਲ ਹੈ। ਤੁਹਾਡੀ ਬੁੱਧੀ ਵਿੱਚ ਚੱਕਰ ਫਿਰਦਾ ਰਹਿੰਦਾ ਹੈ। ਬੁੱਧੀ ਵਿੱਚ ਇਹ ਯਾਦ ਕਿਉਂ ਨਹੀਂ ਰਹਿਣੀ ਚਾਹੀਦੀ? ਹੁਣ ਅਸੀਂ ਕਿਨਾਰੇ ਤੇ ਖੜੇ ਹਾਂ। ਉਹ ਕਿਨਾਰਾ ਬੁੱਧੀ ਵਿੱਚ ਕਿਉਂ ਨਹੀਂ ਯਾਦ ਰਹਿੰਦਾ? ਜਦੋਂ ਕਿ ਜਾਣਦੇ ਹੋ ਅਸੀਂ ਪੁਰਸ਼ੋਤਮ ਬਣ ਰਹੇ ਹਾਂ। ਜਾ ਕੇ ਕਿਨਾਰੇ ਤੇ ਖੜੇ ਰਹੋ। ਜੂ ਮਾਫਿਕ ਚਲਦੇ ਰਹੋ। ਕਿਉਂ ਨਹੀਂ ਇਹ ਪ੍ਰੈਕਟਿਸ ਕਰਦੇ ਹੋ? ਕਿਉਂ ਨਹੀਂ ਚੱਕਰ ਬੁੱਧੀ ਵਿੱਚ ਆਉਂਦਾ ਹੈ? ਇਹ ਸਵਦਰਸ਼ਨ ਚੱਕਰ ਹੈ ਨਾ। ਬਾਕੀ ਬਾਬਾ ਸ਼ੁਰੂ ਤੋਂ ਲੈ ਕੇ ਸਾਰਾ ਚੱਕਰ ਸਮਝਾਉਂਦੇ ਰਹਿੰਦੇ ਨੇ। ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਲਗਾ ਕੇ ਕਿਨਾਰੇ ਤੇ ਖੜੀ ਰਹਿਣੀ ਚਾਹੀਦੀ ਹੈ। ਹੋਰ ਕੋਈ ਵੀ ਬਾਹਰ ਦਾ ਵਾਤਾਵਰਨ ਝੰਝਟ ਨਾ ਰਹੇ। ਦਿਨ ਪ੍ਰਤੀ ਦਿਨ ਤੁਸੀਂ ਬੱਚਿਆਂ ਨੂੰ ਸਾਇਲੈਂਸ ਵਿੱਚ ਜਾਣਾ ਹੈ। ਟਾਈਮ ਵੇਸਟ ਨਹੀਂ ਗਵਾਉਣਾ ਹੈ। ਪੁਰਾਣੀ ਦੁਨੀਆ ਨੂੰ ਛੱਡ ਨਵੇਂ ਸੰਬੰਧ ਨਾਲ ਆਪਣਾ ਬੁੱਧੀ ਯੋਗ ਲਗਾਓ। ਯੋਗ ਨਹੀਂ ਲਗਾਓਗੇ ਤਾਂ ਪਾਪ ਕਿਵੇਂ ਕੱਟਣਗੇ? ਤੁਸੀਂ ਜਾਣਦੇ ਹੋ ਇਹ ਦੁਨੀਆ ਖਤਮ ਹੋਣੀ ਹੈ। ਇਸ ਦਾ ਮਾਡਲ ਕਿੰਨਾ ਛੋਟਾ ਹੈ। 5000 ਵਰਿਆਂ ਦੀ ਦੁਨੀਆ ਹੈ। ਅਜਮੇਰ ਵਿੱਚ ਸਵਰਗ ਦਾ ਮਾਡਲ ਹੈ। ਪਰ ਕਿਸੇ ਨੂੰ ਮਾਡਲ ਯਾਦ ਆਵੇਗਾ ਕਿ ਉਹ ਕੀ ਜਾਣਨ ਸਵਰਗ ਨਾਲ? ਸਮਝਦੇ ਨੇ ਸਵਰਗ ਤਾਂ 40,000 ਵਰੇ ਬਾਅਦ ਆਵੇਗਾ। ਬਾਪ ਤੁਹਾਨੂੰ ਬੱਚਿਆਂ ਨੂੰ ਬੈਠ ਸਮਝਾਉਂਦੇ ਨੇ। ਇਸ ਦੁਨੀਆ ਵਿੱਚ ਕੰਮਕਾਜ ਕਰਦੇ ਬੁੱਧੀ ਵਿੱਚ ਸਦਾ ਹੀ ਯਾਦ ਰਹੇ ਇਹ ਦੁਨੀਆ ਤਾਂ ਖਤਮ ਹੋਣ ਵਾਲੀ ਹੈ। ਹੁਣ ਅਸੀਂ ਵਾਪਿਸ ਜਾਣਾ ਹੈ। ਅਸੀਂ ਪਿਛਾੜੀ ਵਿੱਚ ਖੜੇ ਹਾਂ। ਕਦਮ ਕਦਮ ਜੂ ਮਿਸਲ ਚੱਲਦਾ ਹੈ। ਮੰਜ਼ਲ ਕਿੰਨੀ ਵੱਡੀ ਹੈ। ਬਾਪ ਤਾਂ ਮੰਜ਼ਲ ਨੂੰ ਜਾਣਦੇ ਨੇ ਨਾ। ਬਾਪ ਦੇ ਨਾਲ ਦਾਦਾ ਵੀ ਇਕੱਠਾ ਹੈ। ਉਹ ਸਮਝਾਉਂਦੇ ਨੇ। ਇਹ ਨਹੀਂ ਸਮਝਾ ਸਕਦੇ। ਇਹ ਵੀ ਤਾਂ ਸੁਣਦੇ ਰਹਿੰਦੇ ਨੇ ਨਾ। ਕੀ ਇਹ ਵਿਚਾਰ ਸਾਗਰ ਮੰਥਨ ਨਹੀਂ ਕਰਦਾ ਹੋਵੇਗਾ? ਬਾਪ ਤੁਹਾਨੂੰ ਵਿਚਾਰ ਸਾਗਰ ਮੰਥਨ ਕਰਨ ਦੀ ਪੁਆਇੰਟ ਸੁਣਾਉਂਦੇ ਨੇ। ਅਜਿਹਾ ਨਹੀਂ ਕਿ ਬਾਬਾ ਬਹੁਤ ਪਿਛਾੜੀ ਵਿੱਚ ਨੇ। ਅਰੇ ਇਹ ਤਾਂ ਦੁਮ ਲਟਕਿਆ ਹੋਇਆ ਹੈ। ਫਿਰ ਪਿਛਾੜੀ ਵਿੱਚ ਕਿਵੇਂ ਹੋਏਗਾ? ਇਹ ਸਭ ਗਹਿਰੀਆਂ ਗੱਲਾਂ ਧਾਰਨ ਕਰਨੀਆਂ ਨੇ। ਗਫਲਤ ਛੱਡ ਦੇਣੀ ਹੈ। ਬਾਬਾ ਦੇ ਕੋਲ 2-2 ਸਾਲਾਂ ਬਾਅਦ ਬੱਚੇ ਆਉਂਦੇ ਨੇ। ਕੀ ਇਹ ਯਾਦ ਰਹਿੰਦਾ ਹੋਏਗਾ ਕਿ ਅਸੀਂ ਕਿਨਾਰੇ ਤੇ ਖੜੇ ਹਾਂ? ਹੁਣ ਵਾਪਸ ਘਰ ਜਾਣਾ ਹੈ। ਅਜਿਹੀ ਅਵਸਥਾ ਹੋ ਜਾਵੇ, ਬਾਕੀ ਕੀ ਚਾਹੀਦਾ ਹੈ? ਬਾਬਾ ਨੇ ਇਹ ਵੀ ਸਮਝਾਇਆ ਡਬਲ ਸਿਰ ਤਾਜ ਇਹ ਸਿਰਫ ਨਾਮ ਹੈ। ਬਾਕੀ ਲਾਈਟ ਦਾ ਤਾਜ ਕੋਈ ਉੱਥੇ ਰਹਿੰਦਾ ਨਹੀਂ। ਇੱਥੇ ਤਾਂ ਪਵਿੱਤਰਤਾ ਦੀ ਨਿਸ਼ਾਨੀ ਹੈ। ਜੋ ਵੀ ਧਰਮ ਸਥਾਪਕ ਨੇ
ਉਹਨਾਂ ਦੇ ਚਿੱਤਰਾਂ ਵਿੱਚ ਲਾਈਟ ਜ਼ਰੂਰ ਵਿਖਾਉਂਦੇ ਨੇ, ਕਿਉਂਕਿ ਉਹ ਵਾਇਸਲੈਸ ਸਤੋ ਪ੍ਰਧਾਨ ਨੇ। ਫਿਰ ਰਜੋ ਤਮੋ ਵਿੱਚ ਆਉਂਦੇ ਨੇ। ਤੁਹਾਨੂੰ ਬੱਚਿਆਂ ਨੂੰ ਨੌਲੇਜ ਮਿਲਦੀ ਹੈ, ਉਸ ਵਿੱਚ ਮਸਤ ਰਹਿਣਾ ਚਾਹੀਦਾ ਹੈ। ਭਾਵੇਂ ਤੁਸੀਂ ਇਸ ਦੁਨੀਆ ਵਿੱਚ ਹੋ, ਪਰ ਬੁੱਧੀ ਦਾ ਯੋਗ ਉੱਥੇ ਲੱਗਿਆ ਰਹਿਣਾ ਚਾਹੀਦਾ ਹੈ। ਇਹਨਾਂ ਨਾਲ ਤੋੜ ਨਿਭਾਉਣੀ ਹੈ। ਜੋ ਇਸ ਸਕੂਲ ਦੇ ਹੋਣਗੇ ਉਹ ਨਿਕਲ ਆਣਗੇ। ਸੈਪਲਿੰਗ ਲੱਗਣਾ ਹੈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲੇ ਜੋ ਹੋਣਗੇ ਉਹ ਜ਼ਰੂਰ ਅੱਗੇ ਪਿੱਛੇ ਆਉਣਗੇ। ਪਿਛਾੜੀ ਵਿੱਚ ਆਉਣ ਵਾਲੇ ਅੱਗੇ ਵਾਲਿਆਂ ਤੋਂ ਵੀ ਤਿੱਖੇ ਜਾਣਗੇ। ਇਹ ਪਿਛਾੜੀ ਤੱਕ ਹੁੰਦਾ ਰਹੇਗਾ। ਉਹ ਪੁਰਾਣਿਆਂ ਤੋਂ ਤਿੱਖੇ ਕਦਮ ਵਧਾਉਣਗੇ। ਸਾਰਾ ਇਮਤਿਹਾਨ ਹੈ ਯਾਦ ਦੀ ਯਾਤਰਾ ਦਾ। ਭਾਵੇਂ ਦੇਰੀ ਨਾ ਲਾਏ, ਯਾਦ ਦੀ ਯਾਤਰਾ ਵਿੱਚ ਲੱਗ ਜਾਣ। ਹੋਰ ਸਭ ਧੰਦਾ ਧੋਰੀ ਛੱਡਣ, ਇਸ ਯਾਤਰਾ ਵਿੱਚ ਬੈਠ ਜਾਣ। ਭੋਜਨ ਤਾਂ ਖਾਣਾ ਹੀ ਹੈ। ਚੰਗੀ ਤਰ੍ਹਾਂ ਯਾਦ ਵਿੱਚ ਰਹਿਣ। ਇਹ ਖੁਸ਼ੀ ਜਿਹੀ ਖੁਰਾਕ ਨਹੀਂ, ਇਹ ਤਾਤ ਲੱਗੀ ਰਹੇਗੀ। ਅਸੀਂ ਤਾਂ ਜਾਂਦੇ ਹਾਂ, ਹੁਣ ਵਾਪਸ ਘਰ 21 ਜਨਮਾਂ ਦਾ ਰਾਜ ਭਾਗ ਮਿਲਦਾ ਹੈ। ਲਾਟਰੀ ਮਿਲਣ ਵਾਲਿਆਂ ਨੂੰ ਖੁਸ਼ੀ ਦਾ ਪਾਰਾ ਚੜਿਆ ਰਹਿੰਦਾ ਹੈ ਨਾ। ਤੁਹਾਨੂੰ ਬਹੁਤ ਮਿਹਨਤ ਕਰਨੀ ਹੈ। ਇਸ ਨੂੰ ਹੀ ਅੰਤਿਮ ਅਮੁੱਲ ਜੀਵਨ ਕਿਹਾ ਜਾਂਦਾ ਹੈ। ਯਾਦ ਦੀ ਯਾਤਰਾ ਵਿੱਚ ਬਹੁਤ ਮਜ਼ਾ ਹੈ। ਹਨੂਮਾਨ ਵੀ ਪੁਰਸ਼ਾਰਥ ਕਰਦੇ ਕਰਦੇ ਸਥੇਰੀਅਮ ਬਰਿਆ ਨਾ। ਪੰਬੋਰ ਨੂੰ ਅੱਗ ਲੱਗੀ, ਰਾਵਣ ਦਾ ਰਾਜ ਜਲ ਗਿਆ। ਇੱਕ ਕਹਾਣੀ ਬਣਾ ਦਿੱਤੀ। ਬਾਪ ਅਸਲ ਗੱਲ ਬੈਠ ਸਮਝਾਉਂਦੇ ਨੇ। ਰਾਵਣ ਰਾਜ ਖਤਮ ਹੋ ਜਾਏਗਾ। ਸਥੇਰੀਅਮ ਬੁੱਧੀ ਇਸ ਨੂੰ ਕਿਹਾ ਜਾਂਦਾ ਹੈ। ਬਸ ਹੁਣ ਛੜ ਪੰਥ ਹੈ। ਅਸੀਂ ਜਾ ਰਹੇ ਹਾਂ। ਇਸ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰੋ ਤਾਂ ਖੁਸ਼ੀ ਦਾ ਪਾਰਾ ਚੜੇਗਾ। ਉਮਰ ਵੀ ਯੋਗ ਬਲ ਨਾਲ ਵੱਧਦੀ ਹੈ। ਤੁਸੀਂ ਹੁਣ ਦੈਵੀ ਗੁਣ ਧਾਰਨ ਕਰਦੇ ਹੋ। ਫਿਰ ਉਹ ਅੱਧਾ ਕਲਪ ਚੱਲਦੇ ਨੇ। ਬਸ ਇੱਕ ਜਨਮ ਤੁਸੀਂ ਇੰਨਾ ਪੁਰਸ਼ਾਰਥ ਕਰਦੇ ਹੋ, ਤੁਸੀਂ ਜਾ ਕੇ ਇਹ ਲక్ష్ਮੀ ਨਾਰਾਇਣ ਜਿਹਾ ਬੰਦੇ ਹੋ। ਤਾਂ ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਇਸ ਵਿੱਚ ਗਫਲਤ ਜਾਂ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਜੋ ਕਰੇਗਾ ਸੋ ਪਾਏਗਾ। ਬਾਪ ਸਿੱਖਿਆ ਦਿੰਦੇ ਰਹਿੰਦੇ ਨੇ। ਤੁਸੀਂ ਸਮਝਦੇ ਹੋ ਕਲਪ ਕਲਪ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਐਨੇ ਥੋੜੇ ਸਮੇਂ ਵਿੱਚ ਕਮਾਲ ਕਰ ਦਿੰਦੇ ਹਾਂ। ਸਾਰੀ ਦੁਨੀਆ ਨੂੰ ਚੇਂਜ ਕਰ ਦਿੰਦੇ ਹੋ। ਬਾਪ ਦੇ ਲਈ ਕੋਈ ਵੱਡੀ ਗੱਲ ਨਹੀਂ। ਕਲਪ ਕਲਪ ਕਰਦੇ ਨੇ। ਬਾਪ ਸਮਝਾਉਂਦੇ ਨੇ। ਚਲਦੇ ਫਿਰਦੇ, ਖਾਂਦੇ ਪੀਂਦੇ ਆਪਣਾ ਬੁੱਧੀ ਯੋਗ ਬਾਪ ਦੇ ਨਾਲ ਲਗਾਓ। ਇਹ ਗੁਪਤ ਗੱਲ ਤੁਹਾਨੂੰ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਨੇ। ਆਪਣੀ ਅਵਸਥਾ ਨੂੰ ਚੰਗੀ ਤਰ੍ਹਾਂ ਜਮਾਉਂਦੇ ਰਹੋ, ਨਹੀਂ ਤਾਂ ਉੱਚ ਪਦ ਨਹੀਂ ਪਾਓਗੇ। ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਮਿਹਨਤ ਕਰਦੇ ਹੋ। ਸਮਝਦੇ ਹੋ ਅਸੀਂ ਤਾਂ ਹੁਣ ਕਿਨਾਰੇ ਤੇ ਖੜੇ ਹਾਂ। ਫਿਰ ਪਿੱਛੇ ਵੱਲ ਕੀ ਦੇਖੀਏ। ਅੱਗੇ ਕਦਮ ਵਧਾਉਂਦੇ ਰਹਿਣਾ ਹੈ। ਇਸ ਵਿੱਚ ਅੰਤਰਮੁਖਤਾ ਬਹੁਤ ਚਾਹੀਦੀ ਹੈ। ਇਸ ਲਈ ਕਛੂਏ ਦਾ ਵੀ ਮਿਸਾਲ ਹੈ। ਇਹ ਮਿਸਾਲ ਆਦਿ ਸਭ ਤੁਹਾਡੇ ਲਈ ਹੈ। ਸੰਨਿਆਸੀ ਤਾਂ ਹੈ ਹਠ ਯੋਗੀ, ਉਹ ਤਾਂ ਰਾਜਯੋਗ ਸਿਖਾ ਨਾ ਸਕਣ। ਉਹ ਲੋਕ ਸੁਣਦੇ ਨੇ, ਸਮਝਦੇ ਨੇ ਇਹ ਲੋਕ ਤਾਂ ਸਾਡੀ ਇਨਸਲਟ ਕਰਦੇ ਨੇ। ਇਸ ਲਈ ਇਹ ਵੀ ਯੁਕਤੀ ਨਾਲ ਲਿਖਣਾ ਹੈ। ਬਾਪ ਦੇ ਬਗੈਰ ਕੋਈ ਰਾਜਯੋਗ ਸਿਖਾ ਨਾ ਸਕੇ। ਇਨਡਾਇਰੈਕਟ ਕਿਹਾ ਜਾਂਦਾ ਹੈ। ਤਾਂ ਖਿਆਲ ਨਾ ਹੋਵੇ ਯੁਕਤੀ ਨਾਲ ਚੱਲਣਾ ਹੁੰਦਾ ਹੈ ਨਾ। ਜੋ ਸੱਪ ਵੀ ਮਰੇ ਤੇ ਲਾਠੀ ਵੀ ਨਾ ਟੁੱਟੇ। ਕੁਟੁੰਬ ਪਰਿਵਾਰ ਸਭ ਦੇ ਨਾਲ ਪ੍ਰੀਤ ਰੱਖੋ, ਪਰੰਤੂ ਬੁੱਧੀ ਦਾ ਯੋਗ ਬਾਪ ਨਾਲ ਲਗਾਉਣਾ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਬਾਪ ਦੀ ਮੱਤ ਤੇ ਹਾਂ। ਇਹ ਹੈ ਦੇਵਤਾ ਬਣਨ ਦੀ ਮੱਤ। ਇਸ ਨੂੰ ਹੀ ਅਦਵੈਤ ਮੱਤ ਕਿਹਾ ਜਾਂਦਾ ਹੈ। ਬੱਚਿਆਂ ਨੂੰ ਦੇਵਤਾ ਬਣਾਉਣਾ ਹੈ। ਕਿੰਨੀ ਵਾਰ ਤੁਸੀਂ ਬਣੇ ਹੋ? ਅਨੇਕ ਵਾਰ। ਹੁਣ ਤੁਸੀਂ ਸੰਗਮ ਯੁੱਗ ਤੇ ਖੜੇ ਹੋ। ਇਹ ਅੰਤਿਮ ਜਨਮ ਹੈ। ਹੁਣ ਤਾਂ ਜਾਣਾ ਹੈ। ਪਿਛਾੜੀ ਵਿੱਚ ਕੀ ਦੇਖਣਾ ਹੈ ਦੇਖਦੇ ਹੋਏ ਫਿਰ ਵੀ ਆਪਣੀ ਅਡੋਲਤਾ ਵਿੱਚ ਤੁਸੀਂ ਖੜੇ ਹੋ। ਮੰਜ਼ਲ ਨੂੰ ਭੁੱਲਣਾ ਨਹੀਂ ਹੈ। ਤੁਸੀਂ ਹੀ ਮਹਾਵੀਰ ਹੋ ਜੋ ਮਾਇਆ ਤੇ ਜਿੱਤ ਪਾਉਂਦੇ ਹੋ। ਹੁਣ ਤੁਸੀਂ ਸਮਝਦੇ ਹੋ ਹਾਰ ਤੇ ਜਿੱਤ ਦਾ ਚੱਕਰ ਫਿਰਦਾ ਰਹਿੰਦਾ ਹੈ। ਕਿੰਨਾ ਵੰਡਰਫੁਲ ਗਿਆਨ ਹੈ ਬਾਬਾ ਦਾ। ਇਹ ਪਤਾ ਸੀ ਕਿ ਆਪਣੇ ਆਪ ਨੂੰ ਬਿੰਦੀ ਸਮਝਣਾ ਹੈ। ਐਨੀ ਛੋਟੀ ਜਿਹੀ ਬਿੰਦੀ ਵਿੱਚ ਸਾਰਾ ਪਾਠ ਨੁੰਦਿਆ ਹੋਇਆ ਹੈ, ਜੋ ਚੱਕਰ ਫਿਰਦਾ ਹੀ ਰਹਿੰਦਾ ਹੈ। ਬੜੀ ਵੰਡਰਫੁਲ ਗੱਲ ਹੈ। ਵੰਡਰਫੁਲ ਕਹਿ ਕੇ ਛੱਡਣਾ ਹੀ ਪੈਂਦਾ ਹੈ। ਅੱਛਾ, ਮਿੱਠੀ ਮਿੱਠੀ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ
ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈ। ਪਹਿਲੀ ਧਾਰਨਾ ਹੈ, ਪਿੱਛੇ ਮੁੜ ਕੇ ਨਹੀਂ ਵੇਖਣਾ ਹੈ। ਕਿਸੇ ਵੀ ਗੱਲ ਵਿੱਚ ਠਹਿਰ ਨਹੀਂ ਜਾਣਾ ਹੈ। ਇੱਕ ਬਾਪ ਦੀ ਤਰਫ ਵੇਖਦੇ ਹੋਏ ਆਪਣੀ ਅਵਸਥਾ ਇਕਰਸ ਰੱਖਣੀ ਹੈ। ਦੂਜਾ, ਬੁੱਧੀ ਵਿੱਚ ਯਾਦ ਰੱਖਣਾ ਹੈ, ਹੁਣ ਅਸੀਂ ਕਿਨਾਰੇ ਤੇ ਖੜੇ ਹਾਂ, ਘਰ ਜਾਣਾ ਹੈ, ਗਫਲਤ ਛੱਡ ਦੇਣੀ ਹੈ, ਆਪਣੀ ਅਵਸਥਾ ਜਮਾਉਣ ਦੀ ਗੁਪਤ ਮਿਹਨਤ ਕਰਨੀ ਹੈ। ਵਰਦਾਨ ਹੈ, ਵਿਹੰਗ ਮਾਰਗ ਦੀ ਸੇਵਾ ਨਾਲ ਵਿਸ਼ਵ ਪਰਿਵਰਤਨ ਦੇ ਕੰਮ ਨੂੰ ਸੰਪੰਨ ਕਰਨ ਵਾਲੇ ਸੱਚੇ ਸੇਵਾਧਾਰੀ ਭਵ। ਵਿਹੰਗ ਮਾਰਗ ਦੀ ਸੇਵਾ ਨਾਲ ਵਿਸ਼ਵ ਪਰਿਵਰਤਨ ਦੇ ਕੰਮ ਨੂੰ ਸੰਪੰਨ ਕਰਨ ਵਾਲੇ ਸੱਚੇ ਸੇਵਾਧਾਰੀ ਭਵ। ਵਿਹੰਗ ਮਾਰਗ ਦੀ ਸੇਵਾ ਕਰਨ ਦੇ ਲਈ ਸੰਗਠਿਤ ਰੂਪ ਵਿੱਚ ਰੂਪ ਤੇ ਬਸੰਤ, ਇਹਨਾਂ ਦੋਨਾਂ ਗੱਲਾਂ ਦਾ ਬੈਲੈਂਸ ਚਾਹੀਦਾ ਹੈ। ਜਿਸ ਬਸੰਤ ਰੂਪ ਨਾਲ ਇੱਕ ਸਮੇਂ ਤੇ ਅਨੇਕ ਆਤਮਾਵਾਂ ਨੂੰ ਸੰਦੇਸ਼ ਦੇਣ ਦਾ ਕੰਮ ਕਰਦੇ ਹੋ, ਐਸੇ ਤਰ੍ਹਾਂ ਰੂਪ ਮਤਲਬ ਯਾਦ ਦੇ ਬਲ ਦੁਆਰਾ, ਸ੍ਰੇਸ਼ਟ ਸੰਕਲਪਾਂ ਦੇ ਬਲ ਦੁਆਰਾ ਵਿਹੰਗ ਮਾਰਗ ਦੀ ਸਰਵਿਸ ਕਰੋ। ਇਸ ਦੀ ਇਨਵੈਂਸ਼ਨ ਕੱਢੋ। ਨਾਲ ਨਾਲ ਸੰਗਠਿਤ ਰੂਪ ਵਿੱਚ ਦ੍ਰਿੜ ਸੰਕਲਪ ਨਾਲ ਪੁਰਾਣੇ ਸੰਸਕਾਰ ਸੁਭਾਵਾਂ, ਪੁਰਾਣੀ ਚਲਨ ਤੇ ਤਿਲ ਤੇ ਜੋ ਯੱਗ ਵਿੱਚ ਸਵਾਹ ਕਰੋ ਤਾਂ ਵਿਸ਼ਵ ਪਰਿਵਰਤਨ ਦਾ ਕੰਮ ਸਹਿਜ ਸੰਪੰਨ ਹੋਵੇਗਾ ਤੇ ਯੱਗ ਦੀ ਸਮਾਪਤੀ ਹੋਵੇਗੀ। ਸਲੋਗਨ ਹੈ, ਬਾਲਕ ਤੇ ਮਾਲਕਪਨ ਦੇ ਬੈਲੈਂਸ ਨਾਲ ਪਲਾਨ ਨੂੰ ਪ੍ਰੈਕਟੀਕਲ ਵਿੱਚ ਲਿਆਓ। ਬਾਲਕ ਤੇ ਮਾਲਕਪਨ ਦੇ ਬੈਲੈਂਸ ਨਾਲ ਪਲਾਨ ਨੂੰ ਪ੍ਰੈਕਟੀਕਲ ਵਿੱਚ ਲਿਆਓ। ਅੱਛਾ, ਓਮ ਸ਼ਾਂਤੀ।